हाँ जी, हेलो स्टूडेंट्स। ਅੱਜ ਆਪਾਂ ਯੈਸਨ ਹੌਸ ਲੈਮਾ ਡਿਸਕਸ ਕਰਨ ਜਾ ਰਹੇ ਹਾਂ। ਕੰਪੋਜੀਸ਼ਨ ਸੀਰੀਜ਼ ਆਪਾਂ ਕਰਿਆ ਆਏ ਸੀ। ਯੈਸਨ ਹੌਸ ਲੈਮੇ ਦੀ ਸਭ ਤੋਂ ਪਹਿਲਾ ਥਿਊਰਮ ਹੈ let B and C be any two subgroups of a group G. B0 and C0 are normal subgroup of B and C respectively. G group B0 is a normal subgroup of B and C0 is a normal subgroup of C. Then we have to prove that B0 into B intersection C over B0 into B intersection C0 is isomorphic to C0 C intersection B over C0 C intersection B0. ਇਹ ਆਪਾਂ ਪ੍ਰੂਫ ਕਰਨ ਜਾ ਰਹੇ ਹਾਂ। ਹਾਂਜੀ, ਪ੍ਰੂਫ ਲਈ ਸਭ ਤੋਂ ਪਹਿਲਾਂ ਆਪਣੀ ਕਨਵੀਨੀਅੰਸ ਲਈ ਆਪਾਂ ਚੂਜ਼ ਕਰ ਲਿਆ let K is equal to B intersection C and H is equal to B0 into B intersection C0. ਇਹ ਆਪਾਂ ਚੂਜ਼ ਕਰ ਲਿਆ ਆਪਣੇ ਕੋਲ। ਹੁਣ ਗਿਵਨ ਕੀ ਹੈ since B0 is a normal subgroup of B, B0 B ਦਾ normal subgroup ਹੈ। ਆਪਾਂ BS ਚ ਕਰਕੇ ਆਏ ਹਾਂ if H is a normal subgroup of G, G group ਹੁੰਦਾ H ਕੋਈ subgroup ਹੁੰਦਾ, then left coset is equal to right coset. That means AH is equal to HA for all A belongs to G. ਉਸੇ ਤਰ੍ਹਾਂ ਹੀ ਇੱਥੇ ਕੀ ਆ ਗਿਆ B into B0 is equal to B0 into B for all B belongs to B. G ਦੀ ਜਗ੍ਹਾ ਤੇ ਆਪਣੇ ਕੋ B ਹੈ, H ਦੀ ਜਗ੍ਹਾ ਤੇ ਕੀ ਹੈ B0। ਹੁਣ ਦੇਖੋ ਉੱਪਰ ਆਪਾਂ ਕੀ ਚੂਜ਼ ਕੀਤਾ ਸੀ K is equal to B intersection C ਚੂਜ਼ ਕੀਤਾ ਸੀ। ਇਹਦਾ ਮਤਲਬ ਕੀ ਹੈ B is a subset of K is a subset of B as well as K is a subset of C also. K ਦੋਨਾਂ ਦਾ subset ਹੋਏਗਾ। In particular, as K is a subset of B, K B ਦਾ subset ਹੈ। That means ਜੋ ਇਹ result for all B belongs to B ਲਈ true ਹੈ, then ਉਹਦੇ subset ਲਈ ਵੀ ਇਹ result true ਹੋਏਗਾ। ਇਹਦਾ ਮਤਲਬ ਇਹ result K ਲਈ ਵੀ true ਹੋਏਗਾ। That means ਆਪਾਂ B ਦੀ ਜਗ੍ਹਾ ਤੇ K ਨੂੰ choose ਕਰ ਸਕਦੇ ਹਾਂ। ਹਾਂਜੀ, K ਦਾ element ਕੀ ਲੈ ਲਿਆ, small k ਲੈ ਲਿਆ। K B0 is equal to B0 K for all K belongs to K ਆ ਗਿਆ। Also, C0 is normal in C. C0 C the normal subgroup are given a, that means B intersection C0 is normal in a B intersection C होएगा। ਹੁਣ ਜਿਵੇਂ B intersection C0 normal subgroup ਹੈ B intersection C ਦਾ। ਹਾਂਜੀ, B intersection C ਦਾ ਮਤਲਬ ਕੀ ਹੈ K ਉੱਪਰ ਆਪਾਂ ਚੂਜ਼ ਕਰਕੇ ਆਏ ਹਾਂ। that means B intersection C0 is normal subgroup of K ਆ ਗਿਆ। ਜੇ K ਦਾ ਨਾਰਮਲ ਸਬ ਗਰੁੱਪ ਆ ਗਿਆ ਫਿਰ ਲੈਫਟ ਕੋਸੈਟ ਇਜ਼ ਇਕੁਅਲ ਟੂ ਰਾਈਟ ਕੋਸੈਟ। ਜਿਵੇਂ ਆਪਾਂ ਨਾਰਮਲ ਦੀ ਆ ਕੰਡੀਸ਼ਨ ਲਗਾਈ ਹੈ, ਸੇਮ ਕੰਡੀਸ਼ਨ ਆਪਾਂ ਲਗਾਵਾਂਗੇ ਤੇ ਦੈਨ ਆਪਣੇ ਕੋ ਕੰਸੀਕੁਐਂਟਲੀ ਇਹ ਰਿਜ਼ਲਟ ਆ ਜਾਏਗਾ K into B intersection C0 is equal to B intersection C0 into K for all K belongs to K. ਹੁਣ ਆਪਾਂ ਕੀ ਫਾਈਂਡ ਆਊਟ ਕਰ ਰਹੇ ਹਾਂ, H into K ਦੀ ਵੈਲਿਊ ਫਾਈਂਡ ਆਊਟ ਕਰ ਰਹੇ ਹਾਂ ਕਿਉਂਕਿ ਇੱਕ BSc ਦਾ ਰਿਜ਼ਲਟ ਹੁੰਦਾ ਉਹ ਆਪਾਂ ਯੂਜ਼ ਕਰਾਂਗੇ। ਹਾਂਜੀ, H into K, H ਦੀ ਵੈਲਿਊ ਪੁੱਟ ਕਰਤੀ B0 into B intersection C0, K ਆਪਣੇ ਕੋ ਨਾਲ ਆ ਗਿਆ। ਉੱਪਰ ਆਪਾਂ ਇਹ ਜਿਹੜਾ ਰਿਜ਼ਲਟ ਕਰਕੇ ਆਏ ਆ ਇਹਨੂੰ ਇੱਥੇ ਯੂਜ਼ ਕਰ ਲਿਆ B intersection C0 into K ਕਿਹਦੇ ਬਰਾਬਰ ਆ K into B intersection C0 ਨੂੰ ਇਹਨੂੰ ਪੁੱਟ ਕਰ ਦਿੱਤਾ, ਆ ਰਿਜ਼ਲਟ ਆ ਗਿਆ। B0 into K ਕਿਹਦੇ ਇਕੁਅਲ ਆ K B0 ਦੇ। ਇਹ ਆਪਾਂ ਪਿੱਛੇ ਰਿਜ਼ਲਟ ਲਿੱਤਾ ਸੀ ਨਾਰਮਲ ਦਾ, ਇਹਦਾ ਮਤਲਬ B0 K ਪਹਿਲਾਂ ਲਿਖ ਲਿਆ ਫਿਰ B0 K ਨੂੰ ਆਪਾਂ ਕੀ ਲੈ ਲਿਆ K B0 ਲੈ ਲਿਆ, ਆ ਰਿਜ਼ਲਟ ਆ ਗਿਆ। ਇਹਨਾਂ ਦੋਨਾਂ ਨੂੰ ਜੁਆਇਨ ਕਰ ਦਿੱਤਾ, that means K into B0 into B intersection C0 ਕਿਹਦੇ ਇਕੁਅਲ ਆ ਗਈ K into H ਦੇ for all K belongs to K। ਇਹ ਜੇ ਦੋਨੇ ਇਕੁਅਲ ਆ ਗਏ HK is equal to KH ਆ ਗਿਆ, then BSc ਦਾ ਰਿਜ਼ਲਟ ਹੁੰਦਾ ਇਹ ਜੇ ਬਰਾਬਰ ਆਏ ਨੇ। ਤਿੰਨ ਚਾਰ ਪਾਰਟਸ ਆਪਾਂ BSc ਚ ਪ੍ਰੂਵ ਕੀਤੇ ਸੀ, ਉਹਦੇ ਵਿੱਚ ਇੱਕ ਪਾਰਟ ਇਹ ਵੀ ਸੀ therefore H into K over H is isomorphic to K over H intersection K। ਇਹ ਆਪਾਂ ਥਿਊਰਮ ਉੱਥੇ ਪ੍ਰੂਫ ਕਰਕੇ ਆਏ ਹੋਏ ਆ, ਇਹਨੂੰ ਆਪਾਂ ਨੰਬਰ 1 ਦੇ ਦਿੱਤਾ। ਹੁਣ ਆਪਾਂ ਕੀ ਕਰਨਾ H into K ਦੀ ਵੈਲਿਊ ਫਾਈਂਡ ਆਊਟ ਕਰਨੀ, H ਦੀ ਆਪਾਂ ਨੂੰ ਪਤਾ K ਦੀ ਆਪਾਂ ਨੂੰ ਪਤਾ, H intersection K ਦੀ ਵੈਲਿਊ ਫਾਈਂਡ ਆਊਟ ਕਰਨੀ ਤੇ ਇਸ ਕੰਡੀਸ਼ਨ 'ਚ ਆਪਾਂ ਪੁੱਟ ਕਰਨੀ ਹੈ। ਸਭ ਤੋਂ ਪਹਿਲਾਂ H into K ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ। H into K, ਹਾਂਜੀ H ਦੀ ਸਭ ਤੋਂ ਪਹਿਲਾਂ ਚੂਜ਼ ਕੀਤੀ ਸੀ ਸਟਾਰਟਿੰਗ 'ਚ, ਪੁੱਟ ਕਰ ਦਿੱਤਾ B0 into B intersection C0। K ਦੀ ਵੈਲਿਊ ਆਪਾਂ ਚੂਜ਼ ਕੀਤੀ ਸੀ B intersection C ਉਹ ਪੁੱਟ ਕਰਤਾ। ਇਹਨਾਂ ਤਿੰਨਾਂ ਦੀ ਮਲਟੀਪਲੀਕੇਸ਼ਨ ਇਹਦੇ ਇਕੁਅਲ ਆ ਗਈ B0 into B intersection C ਦੇ। ਕਿਉਂ ਇਹਦੇ ਇਕੁਅਲ ਆ ਗਈ, ਆ ਰਿਜ਼ਲਟ ਲਿਖਿਆ ਹੋਇਆ ਦੇਖੋ B intersection C0 B intersection C ਦਾ ਸਬਸੈਟ ਹੈ। ਕਿਉਂ ਹੈ ਇਹ ਵੀ ਰਿਜ਼ਲਟ ਇੱਥੇ ਹੈ ਬਿਕੋਜ਼ C0 C ਦਾ ਨਾਰਮਲ ਸਬ ਗਰੁੱਪ ਹੈ। ਜੇ C0 C ਦਾ ਨਾਰਮਲ ਸਬ ਗਰੁੱਪ ਹੈ that means C0 is a subset of C. If C0 is a subset of C, that means B intersection C0 is also a subset of B intersection C.
ਹੁਣ ਜੇ ਇਹ ਸਾਰਾ ਦਾ ਸਾਰਾ ਰਿਜ਼ਲਟ B ਇੰਟਰਸੈਕਸ਼ਨ C ਨਾਟ B ਇੰਟਰਸੈਕਸ਼ਨ C ਦਾ ਸਬਸੈਟ ਹੈ, that means ਇਹਨਾਂ ਦੋਨਾਂ ਨੂੰ ਆਪਾਂ ਮਲਟੀਪਲਾਈ ਕਰਾਂਗੇ ਤੇ ਕਾਦੇ ਬਰਾਬਰ ਹੋ ਜਾਊਗਾ B ਇੰਟਰਸੈਕਸ਼ਨ C ਦੇ। ਇਹ ਵੀ ਇੱਕ ਰਿਜ਼ਲਟ ਹੈ BSC ਦਾ। ਜੇ ਆਪਣੇ ਕੋਲ G ਕੋਈ ਗਰੁੱਪ ਹੋਵੇ ਤੇ ਸਮਾਲ g ਉਹਦਾ ਕੋਈ ਐਲੀਮੈਂਟ ਹੋਵੇ ਤੇ ਦੈਨ ਸਮਾਲ g ਇਨਟੂ ਗਰੁੱਪ ਇਜ਼ ਇਕੁਅਲ ਟੂ ਹੋਲ ਗਰੁੱਪ ਦੇ ਬਰਾਬਰ ਹੁੰਦਾ। ਇੱਥੇ G ਦੀ ਜਗ੍ਹਾ ਤੇ B ਇੰਟਰਸੈਕਸ਼ਨ C ਆ ਤੇ ਉਹਦੇ ਐਲੀਮੈਂਟ ਦੀ ਜਗ੍ਹਾ ਤੇ B ਇੰਟਰਸੈਕਸ਼ਨ C ਨਾਟ ਹੈ, ਬਿਕੋਜ਼ A ਦਾ ਸਬਸੈਟ ਹੈ। ਇਹਦਾ ਮਤਲਬ H ਇੰਟੂ K ਦੀ ਵੈਲਿਊ ਤਾਂ ਆਪਣੇ ਕੋਲ ਇਹ ਰਿਜ਼ਲਟ ਆ ਗਿਆ। ਹੁਣ ਰਹਿ ਗਿਆ ਸੀ H ਇੰਟਰਸੈਕਸ਼ਨ K ਦੀ ਵੈਲਿਊ ਫਾਈਂਡ ਆਊਟ ਕਰਨੀ। ਸਭ ਤੋਂ ਪਹਿਲੇ ਲੈ ਲੈਂਦੇ ਆ ਲੈਟ y ਬਿਲੋਂਗਸ ਟੂ H ਇੰਟਰਸੈਕਸ਼ਨ K। ਜੇ y ਇੰਟਰਸੈਕਸ਼ਨ ਨੂੰ ਬਿਲੋਂਗ ਕਰਦਾ ਓਬਵੀਅਸਲੀ y x ਦੇ ਵਿੱਚ ਵੀ ਹੋਏਗਾ, y k ਦੇ ਵਿੱਚ ਹੋਏਗਾ। ਹੁਣ h ਤੇ k ਦੀਆਂ ਵੈਲਿਊਜ਼ ਆਪਾਂ ਨੂੰ ਯਾਦ ਆ, ਸਟਾਰਟਿੰਗ ਤੇ ਲੈ ਕੇ ਚੱਲੇ ਸੀ। h ਦੀ h ਕਿਹਦੇ ਬਰਾਬਰ ਸੀ? h ਇਜ਼ ਇਕੁਅਲ ਟੂ b ਨਾਟ ਇਨਟੂ b ਇੰਟਰਸੈਕਸ਼ਨ c ਨਾਟ ਦੇ ਬਰਾਬਰ ਸੀ ਨਾ। ਇਹਦਾ ਮਤਲਬ y ਜੇ h ਨੂੰ ਬਿਲੋਂਗ ਕਰੇਗਾ, y b ਨਾਟ ਇਨਟੂ b ਇੰਟਰਸੈਕਸ਼ਨ c ਨਾਟ ਨੂੰ ਵੀ ਬਿਲੋਂਗ ਕਰੇਗਾ, ਬਿਕੋਜ਼ h ਦੇ ਬਰਾਬਰ। ਹਾਂਜੀ, ਜੇ y ਇਸ ਸਾਰੀ ਟਰਮ ਨੂੰ ਬਿਲੋਂਗ ਕਰੇਗਾ, ਆ ਸੀ h ਦੀ ਵੈਲਿਊ, ਦੇਖੋ ਇਹਨੂੰ ਬਿਲੋਂਗ ਕਰੇਗਾ ਜੇ ਇੱਥੇ ਤੱਕ। ਜੇ y ਇਹਨੂੰ ਬਿਲੋਂਗ ਕਰੇਗਾ ਦੈਟ ਮੀਨਸ y ਇਹਦੇ ਕਿਸੇ ਐਲੀਮੈਂਟ ਦੇ ਬਰਾਬਰ ਹੋਏਗਾ। ਇਹਦਾ ਐਲੀਮੈਂਟ ਨੂੰ ਆਪਾਂ ਨਾਮ ਦੇ ਦਿੱਤਾ b ਨਾਟ ਇਨਟੂ b ਨਾਮ ਦੇ ਦਿੱਤਾ। ਜਿੱਥੇ b ਨਾਟ ਦਾ ਐਲੀਮੈਂਟ ਆ, b ਕਿਹਦਾ ਐਲੀਮੈਂਟ ਆ? b ਇੰਟਰਸੈਕਸ਼ਨ c ਨਾਟ ਦਾ ਐਲੀਮੈਂਟ ਆ। ਕਲੀਅਰ? ਇਹਦਾ ਮਤਲਬ ਜੇ y h ਨੂੰ ਬਿਲੋਂਗ ਕਰਦਾ then y b naught into b intersection c naught ਨੂੰ ਬਿਲੋਂਗ ਕਰੇਗਾ, that means y ਉਹਦੇ ਕਿਸੇ ਐਲੀਮੈਂਟ ਦੇ ਇਕੁਅਲ ਹੋਏਗਾ। ਐਲੀਮੈਂਟ ਨੂੰ ਆਪਾਂ ਨਾਮ ਦੇ ਦਿੱਤਾ b naught into b। ਸਿਮਿਲਰਲੀ y k ਨੂੰ ਬਿਲੋਂਗ ਕਰਦਾ ਸੀ, k ਕਿਹਦੇ ਬਰਾਬਰ ਸੀ? b ਇੰਟਰਸੈਕਸ਼ਨ c ਦੇ। b ਇੰਟਰਸੈਕਸ਼ਨ c ਦੇ ਆਪਾਂ ਐਲੀਮੈਂਟ ਨੂੰ ਨਾਮ ਦੇ ਦਿੱਤਾ d ਦਾ। ਫॉर ਸਮ b naught ਦਾ ਐਲੀਮੈਂਟ ਆ, b ਐਲੀਮੈਂਟ ਹੈਗਾ b ਇੰਟਰਸੈਕਸ਼ਨ c naught ਦਾ, d ਐਲੀਮੈਂਟ ਹੈਗਾ b ਇੰਟਰਸੈਕਸ਼ਨ c ਦਾ। ਇਹ ਰਿਜ਼ਲਟ ਆਪਣੇ ਕੋ ਆ ਗਿਆ। ਹਾਂਜੀ, ਦੇਖੋ ਹੁਣ ਇੱਥੇ ਰਾਈਟ ਲੈਫਟ ਹੈਂਡ ਸਾਈਡਸ ਬੋਥ ਇਕੁਅਲ ਹੈ। ਇਹਦਾ ਮਤਲਬ ਰਾਈਟ ਹੈਂਡ ਸਾਈਡਸ ਵੀ ਇਕੁਅਲ ਹੋਣਗੀਆਂ, ਦੈਟ ਮੀਨਸ b ਨਾਟ ਇਨਟੂ b ਇਜ਼ ਇਕੁਅਲ ਟੂ d ਹੋ ਜਾਏਗਾ। ਆ ਗਿਆ ਆਪਣੇ ਕੋ b ਨਾਟ ਇਨਟੂ b ਇਜ਼ ਇਕੁਅਲ ਟੂ d ਆ ਗਿਆ। ਇੱਥੋਂ b ਨਾਟ ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ। ਹੇਅਰ b ਨਾਟ ਇਜ਼ ਇਕੁਅਲ ਟੂ d, b ਇਨਵਰਸ ਹੋ ਗਿਆ। ਹੁਣ ਆਪਾਂ ਦੇਖਦੇ ਹਾਂ d b ਇਨਵਰਸ, ਚਾਹੇ ਪੂਰੀ ਟਰਮ ਕਿਹਨੂੰ ਬਿਲੋਂਗ ਕਰਦੀ ਹੈ? ਇਸ ਟਰਮ ਨੂੰ ਬਿਲੋਂਗ ਕਰਦੀ ਹੈ। ਕਿਉਂ ਬਿਲੋਂਗ ਕਰਦੀ ਹੈ? ਦੇਖੋ ਰਿਜ਼ਲਟ ਦੇਖੋ। ਹਾਂਜੀ, d ਕਿਹਨੂੰ ਬਿਲੋਂਗ ਕਰਦਾ? b ਇੰਟਰਸੈਕਸ਼ਨ c ਨੂੰ, ਬਿਕੋਜ਼ d k ਨੂੰ ਬਿਲੋਂਗ ਕਰਦਾ ਸੀ, k ਕਿਹਦੇ ਬਰਾਬਰ ਆ? b ਇੰਟਰਸੈਕਸ਼ਨ c ਦੇ। ਇਹਦਾ ਮਤਲਬ d ਦੋਨਾਂ ਨੂੰ ਬਿਲੋਂਗ ਕਰੇਗਾ, d b ਨੂੰ ਵੀ ਬਿਲੋਂਗ ਕਰੇਗਾ, d c ਨੂੰ ਵੀ ਬਿਲੋਂਗ ਕਰੇਗਾ। ਆਪਾਂ ਲੈ ਲਿਆ d ਬਿਲੋਂਗਸ ਟੂ c ਐਂਡ b ਇਨਵਰਸ। ਹਾਂਜੀ, ਪਿੱਛੇ ਆਪਾਂ ਲੈ ਕੇ ਚੱਲੇ ਸੀ b ਇਨਵਰਸ। b ਕਿਹਦਾ ਐਲੀਮੈਂਟ ਹੈ? b ਐਲੀਮੈਂਟ ਹੈਗਾ b ਇੰਟਰਸੈਕਸ਼ਨ c ਨਾਟ ਦਾ। ਜੇ b ਐਲੀਮੈਂਟ ਹੈਗਾ b ਇੰਟਰਸੈਕਸ਼ਨ c ਨਾਟ ਦਾ, ਓਬਵੀਅਸਲੀ ਉਹਦਾ ਇਨਵਰਸ ਵੀ ਇਹਦੇ ਵਿੱਚ ਹੀ ਹੈ, ਬਿਕੋਜ਼ g ਕੋਈ ਗਰੁੱਪ ਆ, ਗਰੁੱਪ ਦੇ ਵਿੱਚ ਇਨਵਰਸ ਐਗਜ਼ਿਸਟ ਕਰਦਾ ਹੁੰਦਾ। ਇਹ ਸਾਰੇ ਉਹਦੇ ਸਬ ਗਰੁੱਪਸ ਆ, ਇਹਨਾਂ 'ਚ ਵੀ ਇਨਵਰਸ ਐਗਜ਼ਿਸਟ ਕਰੇਗਾ। b ਇਨਵਰਸ ਕਿਹਦਾ ਐਲੀਮੈਂਟ ਆ ਗਿਆ? b ਇੰਟਰਸੈਕਸ਼ਨ c ਨਾਟ ਦਾ। ਇੰਟਰਸੈਕਸ਼ਨ ਆ ਓਬਵੀਅਸਲੀ c ਨਾਟ ਦਾ ਸਬਸੈਟ ਹੋਏਗੀ। c ਨਾਟ ਕਿਹਦਾ ਨਾਰਮਲ ਸਬ ਗਰੁੱਪ ਆ? c ਦਾ। ਇਹਦਾ ਮਤਲਬ c ਨਾਟ c ਦਾ ਸਬਸੈਟ ਹੋਏਗਾ। that means ਇੱਥੋਂ ਆਪਾਂ ਕੀ ਕਨਕਲੂਡ ਕਰਦੇ ਹਾਂ ਕਿ b ਇਨਵਰਸ c ਨੂੰ ਬਿਲੋਂਗ ਕਰਦਾ। ਹੁਣ ਆਪਣੇ ਕੋਲ d ਵੀ c ਦਾ ਐਲੀਮੈਂਟ ਆ ਗਿਆ, b ਇਨਵਰਸ ਵੀ c ਦਾ ਐਲੀਮੈਂਟ ਆ ਗਿਆ। ਜੇ ਦੋਨੇ c ਦੇ ਐਲੀਮੈਂਟ ਆ, that means ਇਹ ਜਿਹੜੀ ਰਾਈਟ ਹੈਂਡ ਸਾਈਡ ਆ ਇਹ ਕਿਹਨੂੰ ਬਿਲੋਂਗ ਕਰੇਗੀ? c ਨੂੰ ਬਿਲੋਂਗ ਕਰੇਗੀ। ਹਾਂਜੀ, ਲੈਫਟ ਹੈਂਡ ਸਾਈਡ ਤੇ ਕੀ ਸੀ? b ਨਾਟ ਕਿਹਦਾ ਐਲੀਮੈਂਟ ਸੀ? ਕੈਪੀਟਲ B ਨਾਟ ਦਾ। that means ਲੈਫਟ ਹੈਂਡ ਸਾਈਡ ਕੈਪੀਟਲ B ਨਾਟ ਨੂੰ ਬਿਲੋਂਗ ਕਰੇਗੀ, ਰਾਈਟ ਹੈਂਡ ਸਾਈਡ c ਨੂੰ ਬਿਲੋਂਗ ਕਰੇਗੀ। ਪਰ both are equal, so जी left hand side b naught ਨੂੰ ਬਿਲੋਂਗ ਕਰਦੀ ਹੈ, ਮਤਲਬ left hand side c ਨੂੰ ਵੀ ਬਿਲੋਂਗ ਕਰੇਗੀ। ਜੇ right hand side c ਨੂੰ ਬਿਲੋਂਗ ਕਰਦੀ ਹੈ, that means right hand side b naught ਨੂੰ ਬਿਲੋਂਗ ਕਰੇਗੀ। ਇਤੋਂ ਕੀ ਕਨਕਲੂਡ ਕਰਦੇ ਹਾਂ ਕਿ ਜੇ ਦੋਨੇ ਇਕੁਅਲ ਆ ਤੇ ਦੈਨ ਇਹ ਦੋਨੇ ਟਰਮ, ਸਾਰੀ ਦੀ ਸਾਰੀ ਟਰਮ ਕਿਹਨੂੰ ਬਿਲੋਂਗ ਕਰੇਗੀ? b naught ਨੂੰ ਵੀ ਬਿਲੋਂਗ ਕਰੇਗੀ ਤੇ c ਨੂੰ ਵੀ ਬਿਲੋਂਗ ਕਰੇਗੀ। ਜੇ ਦੋਨਾਂ ਨੂੰ ਬਿਲੋਂਗ ਕਰੇਗੀ, ਓਬਵੀਅਸਲੀ ਦੋਨਾਂ ਦੀ ਇੰਟਰਸੈਕਸ਼ਨ ਨੂੰ ਵੀ ਬਿਲੋਂਗ ਕਰੇਗੀ। चाहे आप b नॉट इंटरसेक्शन c लिख लिए, चाहे c इंटरसेक्शन b नॉट लिख लिए, वन एंड द सेम थिंग। इतों अपने को ये रिजल्ट आ गया कि b नॉट किनू बिलोंग करेगा? c इंटरसेक्शन b नॉट। हाँ जी, y की इक्वल सी b नॉट b दे बराबर सी, b नॉट किनू बिलोंग करता सी? c इंटरसेक्शन b नॉट नो। दैट मीन्स
बी किनू बिलोंग कर गया हुणे आप प्रूफ पहले लैके चले सी बी इंटरसेक्शन सी नॉट नो दैट मीन्स वाई बिलोंग्स टू सी इंटरसेक्शन बी नॉट इनटू बी इंटरसेक्शन सी नॉट आ गया। हाँ जी वाई एलीमेंट किहदा सी एच इंटरसेक्शन के दा लिखता सी वाई बिलोंग किनू कर गया ये सारी टर्म नू दैट मीन्स एच इंटरसेक्शन के इज ए सबसेट ऑफ दिस ये रिजल्ट आ गया। हुण आपां की प्रूफ करांगे ये सारी टर्म एच इंटरसेक्शन के दा भी सबसेट है। प्रूफ करने लिए देखो सिंस सी इंटरसेक्शन बी नॉट ਇਹਦਾ सबसेट है बिकॉज बी नॉट बी ਦਾ सबसेट है ਇਹਦਾ मतलब सी इंटरसेक्शन बी नॉट सी इंटरसेक्शन बी ਦਾ भी ਜਾਂ बी इंटरसेक्शन सी ਦਾ भी सबसेट होएगी। हाँ जी ਹੁਣ ਨੈਕਸਟ ਕੀ ਆ सी नॉट सी ਦਾ सबसेट है ਇਹ ਵੀ ਆਪਾਂ ਨੂੰ ਗਿਵਨ ਆ ਬਿਕॉज ਨਾਰਮਲ ਆ ਇਹਦਾ मतलब बी इंटरसेक्शन सी नॉट बी इंटरसेक्शन सी ਦਾ भी सबसेट है। दैट मीन्स ये दोनों टर्म सी इंटरसेक्शन बी नॉट ते बी इंटरसेक्शन सी नॉट दोनों टर्म्स करदियां सबसेट है बी इंटरसेक्शन सी नॉट दी। जे दोनों बी इंटरसेक्शन सी दे विच कंटेन आ ਇਹਦਾ मतलब इन्हां दोनों दी मल्टीप्लिकेशन भी बी इंटरसेक्शन सी च होएगी। बी इंटरसेक्शन सी दा मतलब की आ के दैट मीन्स ये सारा सबसेट किदा हो गया के दा आ गया। ऑल्सो सी इंटरसेक्शन बी नॉट हाँ जी इंटरसेक्शन आ सी दे विच भी होएगी ते बी नॉट च भी होएगी आपां चूज कर लेने हैं बी नॉट च दोनों पासे आपां बी इंटरसेक्शन सी नॉट दे नाल मल्टीप्लाई कर देने इधर भी मल्टीप्लाई किया राइट हैंड साइड ते भी राइट हैंड साइड ध्यान नाल देखो किदे बराबर आ गई एच दे बराबर इन्हां दोनों तो देखो सी इंटरसेक्शन बी नॉट बी इंटरसेक्शन सी नॉट के दे विच भी कंटेन कर गया एच च भी जी दोनों च कंटेन कर गया दैट मीन्स इन्हां दोनों दी इंटरसेक्शन च भी होएगा। ऊपर आप प्रूव करके आए सी एच इंटरसेक्शन के एदा सबसेट है हुण आप प्रूव करके आए सारी टर्म एच इंटरसेक्शन के दा सबसेट है कंसीक्वेंटली एक ही हो गए इक्वल हो गए। हाँ जी हुण की करांगे ये सारियां वैल्यूज नंबर 1 च पुट कर दो एच इंटू के भी पुट कर दी एच इंटरसेक्शन के भी पुट कर दी एच दी भी पुट कर दी के दी भी वैल्यू पुट कर दी तो ये सारियां वैल्यूज पुट करके अपने को नंबर 2 बन गया। ये सारा का सारा रिजल्ट आ गया। हुण गिवन की सी अपने को बी नॉट बी दा नॉर्मल सब ग्रुप है सी नॉट सी दा नॉर्मल सब ग्रुप है ਇਹਦਾ मतलब आप इंटरचेंज कर सकते हैं रोल्स की करो पूरी की पूरी उपरली थ्योरम ਦੇ ਵਿੱਚ चेंज कर दो जिथे बी है उत्थे सी कर दो जिथे बी नॉट है उत्थे सी नॉट कर दो इन्हां दोनों के रोल्स आपस ਦੇ ਵਿੱਚ इंटरचेंज कर दो। हाँ जी देखो ध्यान अपने को की आया ना इतने बी नॉट की जगह पर सी नॉट आया ना बी की जगह पर सी आया ना सी की जगह पर बी आया ना इसी तरह सारी की सारी टर्म के चेंज करके अपने को आ रिजल्ट मतलब कि नंबर 3 आया ना 2 ते 3 दो अपने को रिजल्ट्स आ गए एज हुण देखो बी इंटरसेक्शन सी नॉट की नॉर्मल सब ग्रुप है बी इंटरसेक्शन सी दा क्यों बिकॉज सी इज ए नॉर्मल सब ग्रुप ऑफ सी नॉट इज ए नॉर्मल सब ग्रुप ऑफ सी ਇਹਦਾ मतलब बी इंटरसेक्शन सी नॉट इज ए नॉर्मल सब ग्रुप ऑफ बी इंटरसेक्शन सी एंड सी इंटरसेक्शन बी नॉट का कंटेन है एच कंटेन है क्यों क्योंकि बी नॉट बी कंटेन है क्योंकि ਇਹਦਾ सब ग्रुप है। हाँ जी जे सब तो पहला बी इंटरसेक्शन सी नॉट बी इंटरसेक्शन सी दा नॉर्मल सब ग्रुप आ ते दैन लैफ्ट को सेट इज इक्वल टू राइट को सेट दी डेफिनेशन लगा दो वही इनू आपां ग्रुप मान लेने हैं जी इनू आपां सब ग्रुप मान लेने हैं एच ते दैन एच ए इज इक्वल टू ए एच ए की एलीमेंट है बी इंटरसेक्शन सी दा फॉर ऑल ए पर बी इंटरसेक्शन सी दा सबसेट ए भी हैगा सी इंटरसेक्शन बी नॉट ਇਹਦਾ मतलब ए ਦੀ जगह ਤੇ ਆਪਾਂ ਉਹਦਾ सब ग्रुप्स भी पा सकते हैं दैट मीन्स बी इंटरसेक्शन सी नॉट इंटू सी इंटरसेक्शन बी नॉट का बराबर आ गया ये बराबर आ गया। ये लैफ्ट को सेट ते राइट को सेट की प्रॉपर्टी लगाई है नॉर्मल की पर ए दी जगह ते आपां ओहदा ग्रुप का सब ग्रुप्स पा दिता क्योंकि जेड़ा रिजल्ट ए ग्रुप के हर एक एलीमेंट लिए ट्रू आ दैन ओहदे सब ग्रुप लिए भी ट्रू है। क्लीयर हाँ जी आ रिजल्ट आ गया। हुण ये रिजल्ट देखो ये दोनों बराबर हो गए ये है कि सी नंबर 2 ते नंबर 3 की राइट हैंड साइड के डिनोमीनेटर सी ਇਹਦਾ मतलब ये डिनोमीनेटर्स इक्वल हो गए जे डिनोमीनेटर्स हो गए न्यूमीनेटर च तो है ही सी ते सी इंटरसेक्शन बी ते बी इंटरसेक्शन सी सी दैट मीनस सैकेंड ते थर्ड इन्हां दोनों दियां राइट हैंड साइड्स की हो गई बराबर हो गई आ गया इक्वल आ गया। जे दोनों इक्वल आ गया सैकेंड ते थर्ड दियां राइट हैंड साइड्स इक्वल आ गई ये सारी टर्म ये आइसोमार्फिक सी ये किदे बराबर होगी थर्ड दी राइट हैंड साइड दे ते थर्ड दी राइट हैंड साइड की आइसोमार्फिक सी इस सारी टर्म दे ਇਹਦਾ मतलब सैकेंड ते थर्ड दियां लेफ्ट हैंड साइड आपस की हो गई आइसोमार्फिक हो गई।
आ रिजल्ट आ गया फ्रॉम सेकंड एंड थर्ड, तो ये दोनों आइसोमॉर्फिक हो गया। यही रिजल्ट आप प्रूव करना सी, दैट मीनस अपना येसन हॉस लेमा कंप्लीट हो गया। ਇਹਨੂੰ ਯੈਸਨ ਹੌਸ ਲੈਮਾ ਵੀ ਕਹਿੰਦੇ ਆ ਤੇ ਇਹਨੂੰ ਬਟਰਫਲਾਈ ਥਿਊਰਮ ਵੀ ਕਹਿੰਦੇ ਆ, ਜੋ ਮਰਜ਼ੀ ਤੁਸੀਂ ਕਹਿ ਸਕਦੇ ਹੋ। ਇਹ ਥਿਊਰਮ ਬੜੀ ਇੰਪੋਰਟੈਂਟ ਹੈ, ਇਹ ਆਪਣੇ ਕੋ ਕੀ ਹੋਗੀ ਕੰਪਲੀਟ ਹੋ ਗਈ।